ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਪਹੁੰਚ ਗਏ ਹਾਂ CW ਇਮੀਗ੍ਰੇਸ਼ਨ ਦੇ ਦਫ਼ਤਰ ਵਿੱਚ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ। ਖਹਿਰਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਖਹਿਰਾ ਸਾਹਿਬ, ਪਹਿਲਾਂ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਹਨ ਉਹਨਾਂ ਦੇ ਪਰਿਵਾਰ ਦੇ ਮੈਂਬਰ ਪਿੱਛੇ ਰਹਿ ਗਏ ਸੀਗੇ। ਰੂਲਸ ਐਂਡ ਰੈਗੂਲੇਸ਼ਨ ਚੇਂਜ ਹੁੰਦੇ ਰਹਿੰਦੇ ਆ। ਕੋਈ ਨਵਾਂ ਇੱਕ ਰੂਲ ਹੈ ਜਿਹਨਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਮੰਗਾ ਸਕਦੇ ਆ? ਬਿਲਕੁਲ ਬਲਜਿੰਦਰ, ਇਹ ਜਿਹੜਾ ਪ੍ਰੋਗਰਾਮ ਸੀਗਾ ਜੀ, ਇਹ ਸਾਲ 2019 'ਚ ਸ਼ੁਰੂ ਕੀਤਾ ਗਿਆ। ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਹਿਸਟਰੀ ਦੱਸਦਾ ਕਿ ਕਿਵੇਂ ਸ਼ੁਰੂ ਹੋਇਆ। ਕਾਨੂੰਨ ਦੀ ਧਾਰਾ ਹੈਗੀ ਹੈ ਇਹ 11790 117(9)D ਕਹਿੰਦੀ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਡਿਕਲੇਅਰ ਨਹੀਂ ਕੀਤਾ ਆਪਣੀ ਫੈਮਿਲੀ ਦੇ ਵਿੱਚੋਂ ਅਤੇ ਤੁਸੀਂ ਉਹਨੂੰ ਦੁਬਾਰੇ ਕਦੇ ਸਪੋਂਸਰ ਨਹੀਂ ਕਰ ਸਕਦੇ। ਹੁਣ ਕੋਈ ਪਰਿਵਾਰ ਦਾ ਮੈਂਬਰ ਆ ਰਿਹਾ ਸੀ, ਉਸ ਸਮੇਂ ਉਹਦੇ ਜਿਹੜਾ ਬੱਚਾ ਸੀ ਉਹਦੀ ਉਮਰ ਜ਼ਿਆਦਾ ਸੀਗੀ ਅਤੇ ਤੁਸੀਂ ਉਹਨੂੰ ਡਿਕਲੇਅਰ ਨਹੀਂ ਕੀਤਾ, ਐਪਲੀਕੇਸ਼ਨ 'ਚ ਪਾਇਆ ਨਹੀਂ, ਇਹ ਸੋਚ ਕੇ ਕਿ ਕੋਈ ਇਨਕਲੂਡ ਨਹੀਂ ਹੋ ਸਕਦਾ। ਅਤੇ ਇਹ ਜਿਹੜੀ ਕਾਨੂੰਨ ਦੀ ਧਾਰਾ ਸੀਗੀ, ਇਹਦਾ ਅਸਰ ਇੰਨਾ ਜ਼ਿਆਦਾ ਸੀ ਕਿ ਤਾਉਮਰ ਦੁਬਾਰੇ ਤੁਸੀਂ ਕਦੇ ਸਪੋਂਸਰ ਨਹੀਂ ਕਰ ਸਕਦੇ ਸੀ। ਲੋਕਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਇਹਦੇ ਮਾਮਲੇ 'ਚ ਆ ਰਹੀਆਂ ਸੀ। ਸਾਲ 2018 ਦੇ ਵਿੱਚੋਂ ਪਾਰਲੀਮੈਂਟਰੀ ਕਮੇਟੀ ਔਨ ਇਮੀਗ੍ਰੇਸ਼ਨ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਕਰੀਬਨ 8000 ਲੋਕਾਂ ਨੇ ਇਸ ਮਾਮਲੇ 'ਤੇ ਪਾਰਲੀਮੈਂਟਰੀ ਕਮੇਟੀ ਨੂੰ ਆਪਣੇ ਵਿਚਾਰ ਜਿਹੜੇ ਦਿੱਤੇ ਅਤੇ ਪਾਰਲੀਮੈਂਟਰੀ ਕਮੇਟੀ ਔਨ ਇਮੀਗ੍ਰੇਸ਼ਨ ਨੇ ਇਹ ਦੇਖਿਆ ਕਿ ਇੱਕ ਬਹੁਤ ਵਾਈਡ ਸਪਰੈਡ ਪ੍ਰੋਗਰਾਮ ਹੈ ਕਿ ਜਿਹੜੇ ਇੰਨੇ ਸਮੇਂ ਤੋਂ ਇਹ ਕੰਮ ਚੱਲਦਾ ਆ ਰਿਹਾ ਹੈ। ਤੁਹਾਨੂੰ ਯਾਦ ਹੋਣਾ, ਪੁਰਾਣੇ ਸਮੇਂ ਦੇ ਵਿੱਚੋਂ ਪਹਿਲਾਂ ਜਿਹੜੀ ਬੱਚਿਆਂ ਨੂੰ ਨਾਲ ਆਉਣ ਦੀ ਉਮਰ 19 ਸਾਲ ਸੀ, ਫਿਰ ਉਹ ਵਧਾ ਕੇ 22 ਸਾਲ ਕਰਤੀ। 22 ਸਾਲ ਕਰਨ ਤੋਂ ਬਾਅਦ ਫਿਰ ਉਹ 'ਚ ਇਨਕਲੂਡ ਕਰਤਾ ਜੇ 22 ਸਾਲ ਤੋਂ ਵੱਡਾ ਤਾਂ ਉਹ ਪੜ੍ਹਦਾ ਰਹੇ। ਫਿਰ ਉਹ ਤੋਂ ਬਾਅਦ ਕੰਜ਼ਰਵੇਟਿਵਸ ਆਏ, ਉਹਨਾਂ ਨੇ 19 ਸਾਲ ਕਰਤੀ। ਫਿਰ ਲਿਬਰਲਸ ਆਏ, ਇਹਨਾਂ ਨੇ 22 ਸਾਲ ਕਰਤੀ ਅਤੇ ਪੜ੍ਹਨ ਦਾ ਮਾਮਲਾ ਖਤਮ ਹੋ ਗਿਆ। ਸੋ ਓਵਰ ਦਾ ਈਅਰਸ ਬੱਚਿਆਂ ਦੀ ਜਿਹੜੀ ਉਮਰ ਹੈ ਉਹ ਕਦੇ ਵੱਧਦੀ ਰਹੀ ਅਤੇ ਕਦੇ ਘਟਦੀ ਰਹੀ। ਉਹ ਮਾਮਲੇ 'ਚ ਕੀ ਹੁੰਦਾ, ਕਈ ਲੋਕਾਂ ਨੂੰ ਉਹਦਾ ਨੁਕਸਾਨ ਹੁੰਦਾ ਰਿਹਾ। ਜਿਵੇਂ ਜਦੋਂ 19 ਸਾਲ ਦੀ ਕਰਤੀ, ਜਿਹੜੇ 22 ਸਾਲ ਬਾਰੇ ਸੀ ਉਹ ਪਿੱਛੇ ਰਹਿ ਗਏ। ਸੋ ਇਹ ਐਡੀ ਵਾਈਡ ਸਪਰੈਡ ਪ੍ਰੋਗਰਾਮ ਹੋਣ ਕਰਕੇ ਪਾਰਲੀਮੈਂਟਰੀ ਕਮੇਟੀ ਔਨ ਇਮੀਗ੍ਰੇਸ਼ਨ ਨੇ ਇਹ ਰਿਕਮੈਂਡੇਸ਼ਨ ਕੀਤੀ ਮਿਨਿਸਟਰੀ ਨੂੰ ਕਿ ਤੁਸੀਂ ਇਹੋ ਜਿਹਾ ਕੋਈ ਪਾਇਲਟ ਪ੍ਰੋਗਰਾਮ ਚਲਾਓ ਜਿਹਦੇ ਤਹਿਤ ਇੱਕ ਵਾਰੀ ਇਹ ਸਭ ਲੋਕਾਂ ਨੂੰ ਛੋਟ ਹੈ ਜਿਹੜੀ ਦੇ ਦਿੱਤੀ ਜਾਵੇ। ਸੋ ਪਿੱਛੇ ਮੈਂਬਰ ਚਾਹੇ ਵਿਆਹ ਆ, ਬਿਲਕੁਲ ਸਹੀ, ਚਾਹੇ ਸਿੰਗਲ ਆ, ਕਿੰਨੀ ਉਮਰ ਹੋ ਗਈ, ਪਰ ਜਿਹੜਾ ਵਿਆਹ ਆ ਉਹਦੇ ਬੱਚੇ ਤੇ ਬੀਵੀ, ਹਾਂਜੀ, ਉਹ ਬਾਅਦ 'ਚੋਂ ਸਪੋਂਸਰਸ਼ਿਪ ਹੋ ਸਕਦੀ ਹੈ। ਸੋ ਜਿਹੜੀ ਇਹ ਛੋਟ ਸੀਗੀ ਇਹ ਸਾਲ 2019 'ਚੋਂ ਸ਼ੁਰੂ ਕੀਤੀ, ਸੈਪਟੰਬਰ 2019 'ਚੋਂ, ਅਤੇ 2 ਸਾਲ ਲਈ ਪ੍ਰੋਗਰਾਮ ਬਣਾਇਆ ਜਿਹੜਾ ਸੈਪਟੰਬਰ 21 'ਚ ਖਤਮ ਹੋ ਜਾਣਾ ਸੀਗਾ। ਹੁਣ ਸੈਪਟੰਬਰ 'ਚੋਂ ਜਦੋਂ ਇਹ 19 'ਚ ਪ੍ਰੋਗਰਾਮ ਸ਼ੁਰੂ ਕੀਤਾ, ਮਾਰਚ ਦੇ ਵਿੱਚ ਕੋਵਿਡ ਆ ਗਿਆ। ਸੋ ਸੈਪਟੰਬਰ ਤੋਂ ਮਾਰਚ ਦਾ ਪ੍ਰੋਗਰਾਮ ਚੱਲੇ ਹੀ 6 ਮਹੀਨੇ, ਅਤੇ 21 'ਚ ਆ ਕੇ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਤਾਂ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਪ੍ਰੋਗਰਾਮ 'ਚ ਅਰਜ਼ੀ ਕਰ ਸਕੇ। ਜਦੋਂ ਇਹਦਾ ਕੋਈ ਇੱਕ ਪਾਰਲੀਮੈਂਟਰੀ ਕਮੇਟੀ ਨੇ ਇਹ ਪਾਇਲਟ ਪ੍ਰੋਗਰਾਮ ਬਣਾਉਣ ਦੀ ਰਿਕਮੈਂਡੇਸ਼ਨ ਕੀਤੀ ਤਾਂ ਉਹਨਾਂ ਨੇ ਇਹ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲੇ, ਪਰ ਜਦੋਂ ਕੋਵਿਡ ਦੌਰਾਨ ਲੋਕ ਅਰਜ਼ੀਆਂ ਨਹੀਂ ਕਰ ਸਕਦੇ, ਲੋਕਾਂ ਨੂੰ ਫਾਇਦਾ ਤਾਂ ਹੋਣਾ ਨਹੀਂ ਸੀ। ਸੋ ਇਸ ਕਰਕੇ ਹੁਣ ਇਹ ਪ੍ਰੋਗਰਾਮ ਦੀ ਜਿਹੜੀ ਲੈਂਥ ਹੈ ਇਹਨੂੰ 2023 ਸੈਪਟੰਬਰ ਤੱਕ ਵਧਾ ਦਿੱਤਾ। ਸੋ 2 ਸਾਲ ਦਾ ਸਮਾਂ ਹੋਰ ਦੇਤਾ। ਹੁਣ ਜਿਹੜੀਆਂ ਰਿਕੁਆਇਰਮੈਂਟਸ ਨੇ, ਸਭ ਤੋਂ ਪਹਿਲੀ ਰਿਕੁਆਇਰਮੈਂਟ ਤਾਂ ਇਹ ਹੈ ਕਿ ਜਿਹੜੇ ਇੰਡੀਵਿਜੂਅਲ ਨੂੰ ਤੁਸੀਂ ਕਰਨ ਜਾ ਰਹੇ ਹੋ ਉਸ ਸਮੇਂ ਉਹ ਡੈਫੀਨੇਸ਼ਨ 'ਚ ਫਾਲ ਕਰਦਾ ਹੋਣਾ ਚਾਹੀਦਾ ਸੀ। ਮਤਲਬ ਕਿ ਜਿਹੜੀਆਂ ਡੈਫੀਨੇਸ਼ਨਸ ਹੁਣ ਤੱਕ ਹੈਗੀਆਂ ਨੇ, ਵੱਖੋ ਵੱਖਰੀਆਂ ਪ੍ਰਕਿਰਿਆ ਨੇ, ਇਹ 'ਚ ਕਿਤੇ ਨਾ ਕਿਤੇ ਉਹ ਫਾਲ ਕਰਦਾ ਹੋਣਾ ਚਾਹੀਦਾ ਸੀਗਾ। ਉਹ ਅੱਜ ਚਾਹੇ ਕਿੰਨੀ ਉਮਰ ਦਾ ਹੋ ਗਿਆ, ਚਾਹੇ ਉਹਦੇ ਬੱਚੇ ਵੀ ਹੋ ਗਏ ਨੇ, ਉਹਨੂੰ ਤੁਸੀਂ ਤਾਂ ਵੀ ਸਪੋਂਸਰ ਹੈ ਜਿਹੜਾ ਉਹ ਕਰ ਸਕਦੇ ਹੋ, ਪ੍ਰੋਵਾਈਡਡ ਕਿ ਸਪੋਂਸਰ ਕਰਨ ਵਾਲਾ ਬੰਦਾ ਹੋਵੇ। ਜੇ ਮਾਂ ਪਿਓ ਸੀ ਉਹ ਹੋਣੇ ਚਾਹੀਦੇ ਨੇ, ਕੋਈ ਭਾਈ ਭੈਣ ਸੀ ਉਹ ਹੋਣਾ ਚਾਹੀਦਾ। ਸੋ ਉਹ 'ਚ ਕੋਈ ਮੈਟਰ ਨਹੀਂ ਕਰਦਾ ਉਹ ਪੜ੍ਹਦਾ ਹੈ ਜਾਂ ਉਹਦੀ ਉਮਰ ਕਿੰਨੀ ਹੋ ਗਈ ਹੈ। ਹਾਂ, ਉਹਦੀ ਸਪੋਂਸਰਸ਼ਿਪ ਜਦੋਂ ਤੁਸੀਂ ਕਰਤੀ ਤਾਂ ਫਿਰ ਉਹ ਜਦੋਂ ਪਰਮਾਨੈਂਟ ਹੋ ਗਿਆ ਤਾਂ ਉਹਦੇ ਬੱਚੇ ਅਤੇ ਉਹਦੇ ਜੋ ਉਹਦੇ ਵਾਈਫ ਹੈਗੀ ਆ ਉਹ ਜਾਂ ਹਸਬੈਂਡ ਆ ਉਹ ਵੀ ਬਾਅਦ 'ਚੋਂ ਆ ਸਕਦੇ ਆ ਜੀ। ਸੋ ਪਹਿਲਾਂ ਤੁਸੀਂ ਆਪਣੇ ਵਿਛੜੇ ਹੋਏ ਪਰਿਵਾਰ ਦੇ ਮੈਂਬਰ ਨੂੰ ਸਪੋਂਸਰ ਕਰੋਗੇ ਜੀ, ਬਿਲਕੁਲ। ਜਦੋਂ ਮੈਂਬਰ ਇੱਥੇ ਪਹੁੰਚ ਗਿਆ ਅਤੇ ਉਸ ਤੋਂ ਬਾਅਦ ਉਹ ਮੈਂਬਰ ਆਪਣੇ ਪਰਿਵਾਰ ਨੂੰ ਸਪੋਂਸਰ ਕਰ ਸਕਦਾ। ਬਿਲਕੁਲ ਸਹੀ। ਹੁਣ ਇਹਦੇ 'ਚ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈਗੀ ਉਹਨੂੰ ਕਹਿੰਦੇ ਨੇ ਲੌਕ ਇਨ ਡੇਟ। ਲੌਕ ਇਨ ਡੇਟ ਦਾ ਮਤਲਬ ਹੈ ਕਿ ਜਦੋਂ ਤੁਸੀਂ ਅਰਜ਼ੀ ਕੀਤੀ ਸੀ ਉਹ ਦਿਨ ਕੀ ਤਰੀਕ ਸੀ, ਕੀ ਉਹ ਡੈਫੀਨੇਸ਼ਨ ਥੱਲੇ ਫਾਲ ਕਰਦਾ ਸੀ ਇੰਡੀਵਿਜੂਅਲ ਕਿ ਨਹੀਂ ਕਰਦਾ ਸੀ, ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ। ਸੋ ਹੁਣ ਕਿਸੇ ਨੇ 30 ਸਾਲ ਪਹਿਲਾਂ ਕੇਸ ਅਪਲਾਈ ਕਰਿਆ ਸੀ, ਕਿਸੇ ਨੇ 20 ਸਾਲ ਕੇਸ ਅਪਲਾਈ ਕਰਿਆ ਸੀ, ਸ਼ਾਇਦ ਉਹਨੂੰ ਉਹ ਤਰੀਕ ਵੀ ਯਾਦ ਨਾ ਹੋਵੇ ਕਿ ਕਿੰਨੀ ਤਰੀਕ ਨੂੰ ਅਰਜ਼ੀ ਕੀਤੀ ਸੀ। ਅਰਜ਼ੀ ਕਰਨਾ ਹੋਰ ਚੀਜ਼ ਹੈ, ਇਮੀਗ੍ਰੇਸ਼ਨ ਮਹਿਕਮੇ ਨੂੰ ਅਰਜ਼ੀ ਮਿਲਣਾ ਹੋਰ ਤਰੀਕ ਹੈ। ਸੋ ਅਰਜ਼ੀ ਕਰੀ ਇੰਪੋਰਟੈਂਟ ਨਹੀਂ ਹੈਗੀ, ਉਹ ਅਰਜ਼ੀ ਕਿਸ ਦਿਨ ਦਾਖਲ ਹੋਈ ਸੀ ਉਹ ਤਰੀਕ ਹੈ। ਸੋ ਉਹ ਤਰੀਕ ਨੂੰ ਉਹ ਇੰਡੀਵਿਜੂਅਲ ਜਿਹੜਾ ਉਹ ਡੈਫੀਨੇਸ਼ਨ 'ਚ ਫਾਲ ਕਰਦਾ ਹੋਣਾ ਚਾਹੀਦਾ। ਮੈਂ ਦੱਸਣਾ ਚਾਹੁੰਦਾ, ਜਦੋਂ ਇਹ ਸੈਪਟੰਬਰ 19 'ਚ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਉਦੋਂ ਇਹਦੇ 'ਤੇ ਗੱਲਬਾਤ ਕੀਤੀ ਸੀ, ਬਹੁਤ ਸਾਰੇ ਲੋਕਾਂ ਨੇ ਆਪਣਾ ਇੰਟਰਸਟ ਦਿਖਾਇਆ ਸੀ ਅਤੇ ਐਪਲੀਕੇਸ਼ਨ ਵੀ ਕੀਤੀਆਂ, ਪਰ ਉਹ ਤੋਂ ਫਿਰ ਕੋਵਿਡ ਦੌਰਾਨ ਜਦੋਂ ਇਹ ਸਮਾਂ ਹੋਇਆ ਤਾਂ ਬਹੁਤ ਲੋਕ ਇਹ ਵਿਸ਼ੇ ਤੋਂ ਦੂਰ ਹੋ ਗਏ। ਪਰ ਹੁਣ
ਜਦੋਂ ਤੋਂ ਇਹ ਅਨਾਉਂਸਮੈਂਟ ਕੀਤੀ ਹੈ ਮਿਨਿਸਟਰ ਨੇ ਕਿ ਸਪਟੈਂਬਰ 2023 ਤੱਕ ਪ੍ਰੋਗਰਾਮ ਹੈ, ਹੁਣ ਬਹੁਤ ਲੋਕਾਂ ਦਾ ਇੰਟਰਸਟ ਹੈਗਾ। ਅਤੇ ਮੈਂ ਦੱਸਣਾ ਚਾਹੁੰਦਾ, ਜਦੋਂ ਵੀ ਗੱਲ ਮੈਂ ਇਹ ਪ੍ਰੋਗਰਾਮ ਬਾਰੇ ਕਰਦਾ ਤਾਂ ਤੁਸੀਂ ਹੈਰਾਨ ਹੋਵੋਗੇ ਬਲਜਿੰਦਰ ਜੀ ਕਿ ਕਿੰਨੇ ਲੋਕ ਨੇ ਜਿਹੜੇ ਆ ਕੇ ਮਾਮਲੇ 'ਤੇ ਗੱਲ ਕਰਦੇ ਨੇ। ਉਹਨਾਂ ਦੇ ਕਿੰਨੇ ਲੋਕਾਂ ਦੇ ਇਹੋ ਜਿਹੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਸ ਸਮੇਂ ਉਹ ਆ ਸਕਦੇ ਸੀ ਪਰ ਉਹ ਨਹੀਂ ਪਹੁੰਚ ਪਾਏ। ਸੋ ਇੱਕ ਵਧੀਆ ਮੌਕਾ ਹੈ ਜਿਹੜਾ ਹੁਣ ਸਪਟੰਬਰ 2023 ਤੱਕ ਹੈ, ਜਿੱਥੇ ਤੁਸੀਂ ਇਹ ਅਰਜ਼ੀ ਕਰ ਸਕਦੇ ਆ ਜੀ। ਇੱਕ ਤਾਂ ਪਰਿਵਾਰ ਹੋਇਆ ਤੇ ਪਰਿਵਾਰ ਦਾ ਮੈਂਬਰ ਹੋਇਆ ਜੀ, ਪਰ ਜੇ ਮੈਂਬਰ ਵਿਆਹਿਆ ਹੋਇਆ ਆ ਉਹਦਾ ਗਾਹਾਂ ਮੈਂਬਰ ਵਿਆਹਿਆ ਹੋਇਆ ਆ, ਡਿਪੈਂਡ ਕਰਦਾ ਕਿੱਡੀ ਦੂਰ ਤੱਕ ਕੇਸ ਜਾਂਦਾ। ਕਈਆਂ ਦੇ ਅਰਲੀ ਵਿਆਹ ਹੋ ਜਾਂਦੇ ਹਨ, ਕੀ ਉਹ ਗਾਹਾਂ ਉਹ ਵੀ ਮੰਗਾ ਸਕਦੇ ਆ? ਜਿਹੜੀ ਡੈਫੀਨੇਸ਼ਨ ਹੈ ਉਹਦੇ 'ਚ ਕੁਛ ਕ੍ਰਾਈਟੀਰੀਆ ਨੇ। ਸਭ ਤੋਂ ਪਹਿਲਾਂ ਜਿਹੜਾ ਫੈਮਿਲੀ ਕਲਾਸ ਦੀ ਮੈਂਬਰਸ਼ਿਪ ਹੈਗੀ ਆ ਉਹ 'ਚ ਡੈਫੀਨੇਸ਼ਨ ਹੈਗੀ ਹੈ ਕਿ ਤੁਹਾਡਾ ਪੈਰੈਂਟ ਗ੍ਰੈਂਡ ਪੈਰੈਂਟ ਹੋਵੇ, ਤੁਹਾਡੇ ਉਹ ਤੋਂ ਬਾਅਦ ਉਹਦਾ ਗਾਹਾਂ ਡਿਪੈਂਡੈਂਟ ਹੋਵੇ। ਜਿਹੜੀ ਡਿਪੈਂਡੈਂਟ ਦੀ ਡੈਫੀਨੇਸ਼ਨ ਹੈ ਜੀ ਕਰੰਟ ਹੈ ਉਹ ਹੈਗੀ 22 ਸਾਲ ਤੋਂ ਛੋਟਾ ਹੋਵੇ, ਉਸ ਸਮੇਂ ਉਹ ਹੋਣਾ ਚਾਹੀਦਾ ਸੀਗਾ। ਉਹ ਤੋਂ ਅੱਗੇ ਉਹਦਾ ਵਿਆਹ ਹੋਇਆ ਜਾਂ ਹੋਇਆ ਉਹ ਮੈਟਰ ਨਹੀਂ ਕਰਦਾ। ਫਿਰ ਇਸ ਤੋਂ ਇਲਾਵਾ ਇੱਕ ਹੋਰ ਇੰਟਰਸਟਿੰਗ ਡੈਫੀਨੇਸ਼ਨ ਅਨਫੋਰਚੂਨੇਟਲੀ ਉਹ ਹੈਗੀ ਹੈ ਕਿ ਜੇ ਕੋਈ ਔਰਫਨ ਚਾਈਲਡ ਸੀ, ਮਤਲਬ ਕਿ ਤੁਹਾਡੇ ਮਾਂ ਪਿਓ ਦਾ ਬੱਚਾ, ਮਤਲਬ ਤੁਹਾਡਾ ਭਾਈ ਭੈਣ ਸੀ, ਉਹ 18 ਸਾਲ ਤੋਂ ਛੋਟਾ ਸੀ ਪਰ ਤੁਹਾਡੇ ਮਾਂ ਪਿਓ ਦੀ ਡੈਥ ਹੋ ਗਈ ਸੀਗੀ, ਉਹ ਵੀ ਇਹ 'ਚ ਫਾਲ ਕਰਦਾ। ਤੁਹਾਡੇ ਮਾਂ ਪਿਓ ਦੇ ਬੱਚੇ ਦਾ ਬੱਚਾ, ਮਤਲਬ ਕਿ ਤੁਹਾਡੇ ਭਾਈ ਭੈਣ ਦਾ ਗਾਹਾਂ ਕੋਈ ਚਾਈਲਡ ਸੀ ਅਤੇ ਤੁਹਾਡੇ ਭਾਈ ਭੈਣ ਦੀ ਮੌਤ ਹੋ ਚੁੱਕੀ ਸੀ, ਉਹ ਨਿਆਣਾ 18 ਸਾਲ ਤੋਂ ਛੋਟਾ ਸੀ, ਉਹ ਵੀ ਇਹਦੇ ਥੱਲੇ ਫਾਲ ਕਰਦਾ ਹੈਗਾ। ਸੋ ਡੈਫੀਨੇਸ਼ਨ ਬਹੁਤ ਵਾਈਡ ਹੈ। ਹੁਣ ਆਪਾਂ ਐਡਾ ਵੱਡਾ ਡਿਸਕਸ਼ਨ ਤਾਂ ਨਹੀਂ ਕਰ ਸਕਦੇ ਉਹ ਸਰਕਮਸਟੈਂਸਸ ਸਿਨੈਰੀਓਜ਼ ਦੇ ਉੱਤੇ, ਪਰ ਇਹ ਜ਼ਰੂਰੀ ਹੈ ਕਿ ਜੇ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਪਿੱਛੇ ਰਹਿ ਗਿਆ ਸੀ ਤਾਂ ਤੁਸੀਂ ਆ ਕੇ ਸਲਾਹ ਮਸ਼ਵਰਾ ਜ਼ਰੂਰ ਕਰ ਸਕਦੇ ਹੋ ਇਹ ਦੇਖਣ ਲਈ ਕਿ ਉਹ ਇਹ ਪ੍ਰੋਗਰਾਮ 'ਚ ਫਿੱਟ ਹੁੰਦਾ ਜਾਂ ਨਹੀਂ ਹੁੰਦਾ। ਖਹਿਰਾ ਸਾਹਿਬ, ਆਪਾਂ ਬਹੁਤ ਵਾਰੀ ਗੱਲ ਕੀਤੀ ਹੈ, ਕੈਨੇਡਾ ਪਰਿਵਾਰ ਜੋੜਨ ਦੀ ਗੱਲ ਕਰਦਾ, ਪਰ ਆ ਜਿਹੜਾ ਪਾਇਲਟ ਪ੍ਰੋਗਰਾਮ ਇਹਨਾਂ ਨੇ ਦੱਸ ਦਿੱਤਾ ਵੀ ਆਪਾਂ ਪਰਿਵਾਰ ਜੋੜਾਂਗੇ। ਬਿਲਕੁਲ ਜੀ, ਇਹ ਐਕਚੁਅਲੀ ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਕਿ ਜਿੰਨਾ ਚਿਰ ਲੋਕ ਆਵਾਜ਼ ਨਹੀਂ ਨਾ ਉਠਾਉਂਦੇ ਉਨਾ ਚਿਰ ਉਹਦਾ ਹੱਲ ਨਹੀਂ ਬਣਦਾ। ਇੱਕ ਕਮਿਊਨਿਟੀ ਦੀ ਆਵਾਜ਼ ਇੰਪੋਰਟੈਂਟ ਨਹੀਂ ਸੀ ਇੱਥੇ, ਇਹ ਸਿਸਟਮ ਵਾਈਡ ਜਿਹੜੀ ਪ੍ਰੋਬਲਮ ਸੀ ਸਪਰੈਡ ਸੀ। ਤੁਸੀਂ ਸੋਚੋ ਕਿ 8000 ਲੋਕ ਕੈਨੇਡਾ 'ਚ ਪਾਰਲੀਮੈਂਟਰੀ ਕਮੇਟੀ ਦੇ ਮੂਹਰੇ ਪੇਸ਼ ਹੋ ਰਹੇ ਨੇ, ਇਹਦਾ ਮਤਲਬ ਕਿ ਬਹੁਤ ਵੱਡੀ ਜਿਹੜੀ ਪ੍ਰੋਬਲਮ ਸੀਗੀ ਅਤੇ ਸਰਕਾਰ ਨੇ ਬਹੁਤ ਵੱਡੀ ਜਿਹੜੀ ਰਾਹਤ ਹੈ ਇਹ ਕਮੇਟੀ ਦੀ ਰਿਕਮੈਂਡੇਸ਼ਨ ਮੰਨ ਕੇ ਦਿੱਤੀ ਹੈ ਜੀ। ਸੋ ਕਿੰਨਾ ਕੁ ਟਾਈਮ ਲੱਗਦਾ, ਪ੍ਰੋਸੈਸ ਕਿੰਨਾ ਕੁ ਹੈਗਾ ਲੰਬਾ ਇਹ? ਹੁਣ ਫਿਰ ਕਰੰਟਲੀ ਸਿਚੁਏਸ਼ਨ ਉਹੀ ਡਿਪੈਂਡ ਕਰਦੀ ਹੈ ਕਿ ਉਹ ਕੋਵਿਡ ਕਿੰਨੀ ਛੇਤੀ ਜਾਂਦਾ ਹੈਗਾ। ਥੋੜ੍ਹੀ ਜਿਹੀ ਮੈਂ ਜਾਣਕਾਰੀ ਦੇ ਦਿਆਂ ਇਹ ਮਾਮਲੇ ਦੇ ਉੱਤੇ ਵੀ। ਇਸ ਵੇਲੇ ਕਰੀਬਨ 18 ਲੱਖ ਐਪਲੀਕੇਸ਼ਨ ਨੇ ਜਿਹੜੀਆਂ ਉਹ ਪੈਂਡਿੰਗ ਨੇ। ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਦੇ ਜਾਣਕਾਰੀ ਦੇ ਮੁਤਾਬਕ 27 ਅਕਤੂਬਰ 2021 ਤੱਕ 5,48,000 ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨਸ ਪੈਂਡਿੰਗ ਨੇ, ਜਿਸ 'ਚੋਂ 1,12,000 ਰੈਫਿਊਜੀਜ਼ ਨੇ। 7.25 ਲੱਖ ਐਪਲੀਕੇਸ਼ਨ ਨੇ ਜਿਹੜੀਆਂ ਉਹ ਟੈਂਪਰੇਰੀ ਰੈਜ਼ੀਡੈਂਟਸ, ਜਿਹਦੇ ਵਿੱਚੋਂ ਵਿਜ਼ਿਟਰ, ਵਰਕਰ, ਸਟੂਡੈਂਟ ਜਾਂ ਵਿਜ਼ਿਟਰ ਐਕਸਟੈਂਸ਼ਨ ਵਾਲੇ ਨੇ। ਅਤੇ ਇਹਦੇ ਨਾਲ ਨਾਲ 4,68,000 ਐਪਲੀਕੇਸ਼ਨ ਸਿਟੀਜ਼ਨਸ਼ਿਪ ਦੀਆਂ ਪੈਂਡਿੰਗ ਨੇ। ਸੋ ਐਡਾ ਵਾਈਡ ਸਪਰੈਡ ਹਾਲੇ ਐਪਲੀਕੇਸ਼ਨ ਪੈਂਡਿੰਗ ਸਿਚੁਏਸ਼ਨ ਹੈਗਾ। ਆਪਾਂ ਪਿਛਲੇ ਸਾਲ ਵੀ ਆਪਦਾ ਕੋਟਾ ਨਹੀਂ ਰੀਚ ਕਰ ਪਾਏ ਸੀ, ਐਤਕੀ ਵੀ ਕੋਟਾ ਨਹੀਂ ਰੀਚ ਕਰ ਪਾਵਾਂਗੇ ਕੋਵਿਡ ਕਰਕੇ। ਅਤੇ ਦੂਜੀ ਮਿਨਿਸਟਰ ਆਫ ਇਮੀਗ੍ਰੇਸ਼ਨ ਦੀ ਜਿਹੜੀ ਪਾਰਲੀਮੈਂਟਰੀ ਕਮੇਟੀ, ਪਾਰਲੀਮੈਂਟ ਨੂੰ ਰਿਪੋਰਟ ਹੁੰਦੀ ਹੈ ਐਨੂਅਲ ਰਿਪੋਰਟ, ਉਹ ਸ਼ਾਇਦ ਅਗਲੇ ਹਫ਼ਤੇ ਤੱਕ ਆ ਜੂਗੀ। ਜਦ ਆਪਾਂ ਦੁਬਾਰੇ ਗੱਲਬਾਤ ਕਰਦੇ ਹੋਵਾਂਗੇ ਸ਼ਾਇਦ ਉਹ ਰਿਪੋਰਟ ਆ ਜਾਏ, ਫਿਰ ਆਪਾਂ ਉਹਦੇ 'ਤੇ ਗੱਲਬਾਤ ਕਰਾਂਗੇ। ਸੋ ਇਹ ਵੀ ਹੁਣ ਇੱਕ ਆਵਾਜ਼ ਉਠਾਉਣ ਵਾਲੀ ਗੱਲ ਹੈਗੀ ਹੈ ਕਿ ਕਿੰਨਾ ਚਿਰ ਇਹ ਬੀਟਿੰਗ ਦ ਡੈਡ ਹਾਰਸ ਵਿਦ ਅ ਸਟਿਕ ਵਾਲਾ ਕੰਮ ਚੱਲੂਗਾ। ਕਿੰਨਾ ਚਿਰ ਬਾਰ-ਬਾਰ ਇਹ ਕਹਿੰਦੇ ਰਹਿਣਗੇ ਕਿ ਅਸੀਂ ਕੋਵਿਡ ਕਰਕੇ ਪ੍ਰੋਸੈਸ ਨਹੀਂ ਕਰ ਪਾ ਰਹੇ ਜਾਂ ਹੋਰ ਇਸ਼ੂਜ਼ ਨੇ। ਜਿਵੇਂ ਸਰਕਾਰ ਨੇ ਕੰਮ ਤਾਂ ਕਰਨਾ ਹੀ ਹੈ ਜੀ, ਇਹ ਤਾਂ ਬੈਕਲੌਗ ਵੱਧਦਾ ਤੁਰਿਆ ਜਾਊਗਾ। ਸੋ ਜਿੰਨਾ ਚਿਰ ਹੁਣ ਲੋਕ ਇਹ 'ਤੇ ਆਵਾਜ਼ ਨਹੀਂ ਉਠਾਉਣਗੇ ਕਿ ਅਰਜ਼ੀਆਂ ਛੇਤੀ ਤੋਂ ਛੇਤੀ ਪ੍ਰੋਸੈਸ ਕਰ, ਚਾਹੇ ਨਵਾਂ ਸਟਾਫ ਹਾਇਰ ਕਰਿਆ ਜਾਵੇ ਜਾਂ ਅਦਰ ਮੈਜਰਸ ਲਏ ਜਾਣ, ਤਾਂ ਹੀ ਇਹ ਮਾਮਲੇ ਦਾ ਹੱਲ ਹੈ ਜਿਹੜਾ ਹੋਣਾ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਇਹ ਸੰਜੀ ਗੁਰਪ੍ਰੀਤ ਖਹਿਰਾ ਸਾਹਿਬ ਬਹੁਤ ਸਾਰੀ ਨੌਲੇਜ ਰੱਖਦੇ ਹਨ। ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ ਚੇਂਜ ਹੁੰਦੇ ਰਹਿੰਦੇ ਆ। ਤੁਸੀਂ ਆਪਣੇ ਵਿਛੜੇ ਹੋਏ ਪਰਿਵਾਰ ਨੂੰ ਮੰਗਵਾਉਣਾ ਚਾਹੁੰਦੇ ਹੋ ਤਾਂ ਹੁਣ ਖੁੱਲ੍ਹ ਗਿਆ ਇੱਕ ਪ੍ਰੋਗਰਾਮ, ਉਹਦੇ ਵਿੱਚ ਕਿਸ ਤਰ੍ਹਾਂ ਮੰਗਾ ਸਕਦੇ ਹੋ, ਇਨਫੋਰਮੇਸ਼ਨ ਲੈ ਲਿਓ ਅਤੇ ਇਨਫੋਰਮੇਸ਼ਨ ਲੈ ਕੇ ਤੁਸੀਂ ਆਪਣਾ ਕੇਸ ਜਿਹੜਾ ਗਾਹਾਂ ਅੱਗੇ ਤੋਰ ਸਕਦੇ ਹੋ। ਕੋਈ ਵੀ ਜਾਣਕਾਰੀ ਲੈਣੀ ਹੋਵੇ ਸਾਡੇ ਨਾਲ ਸੰਪਰਕ ਕਰ ਲਿਓ। ਕਿਸੇ ਵੀ ਬਿਜ਼ਨਸ ਭੈਣ ਭਰਾ ਦਾ ਨੰਬਰ ਚਾਹੀਦਾ ਸਾਡੇ ਕੋਲ ਹੁੰਦਾ ਆ, ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।